ਓਮ ਸ਼ਾਂਤੀ। ਅੱਜ 3/9/2023 ਦੀ ਬਾਣੀ ਹੈ। अव्यक्त बाप दादा ਦਾ रिवाइज कोर्स की तारीख 25/11/1995। आज बाप दादा ने टाइटल दिया पर मत पर चिंतन ਅਤੇ प्रदर्शन ਤੋਂ ਮੁਕਤ ਬਣੋ ਅਤੇ पर उपकार करो। पर मत पर चिंतन ਅਤੇ प्रदर्शन ਤੋਂ ਮੁਕਤ ਬਣੋ ਅਤੇ पर उपकार करो। आज बाप दादा आखदे ने, आज बाप दादा अपने चारों पासे जो बाप ਦੇ ਬੱਚੇ ਹੈ, ਵਿਸ਼ੇਸ਼ ਹੈ, ਉਹਨਾਂ ਸਭਨਾਂ ਵਿਸ਼ੇਸ਼ ਆਤਮਾ ਨੂੰ ਵੇਖ ਰਹੇ ਹੈ। ਭਾਵੇਂ ਭਾਰਤ ਦੇ ਜਾਂ ਵਿਦੇਸ਼ ਦੇ ਕਿਸੇ ਵੀ ਕੋਨੇ ਵਿੱਚ ਹੈ, ਲੇਕਿਨ ਬਾਪ ਦਾਦਾ ਸਰਵ ਵਿਸ਼ੇਸ਼ ਆਤਮਾਵਾਂ ਨੂੰ ਨੇੜੇ ਵੇਖ ਰਿਹਾ ਹੈ। ਬਾਪ ਦਾਦਾ ਨੂੰ ਆਪਣੇ ਵਿਸ਼ੇਸ਼ ਬੱਚਿਆਂ ਨੂੰ ਵੇਖ ਹਰਸ਼ ਹੁੰਦਾ ਹੈ। ਜਿਵੇਂ ਤੁਸੀਂ ਬੱਚਿਆਂ ਨੂੰ ਬਾਪ ਨੂੰ ਵੇਖ ਕੇ ਖੁਸ਼ੀ ਹੁੰਦੀ ਹੈ ਨਾ, ਖੁਸ਼ੀ ਹੁੰਦੀ ਹੈ ਤਾਂ ਹੀ ਤੇ ਭੱਜ ਕੇ ਆਏ ਹੋ ਨਾ, ਤਾਂ ਬਾਪ ਨੂੰ ਵੀ ਖੁਸ਼ੀ ਹੁੰਦੀ ਹੈ ਮੇਰਾ ਇੱਕ ਇੱਕ ਬੱਚਾ ਵਿਸ਼ੇਸ਼ ਆਤਮਾ ਹੈ। ਭਾਵੇਂ ਬਜ਼ੁਰਗ ਹੈ, ਛੋਟੇ ਬੱਚੇ ਹੈ, ਯੁਵਾ ਹੈ, ਪ੍ਰਵਿਰਤੀ ਵਾਲੇ ਹੈ, ਲੇਕਿਨ ਸਾਰੇ ਵਿਸ਼ਵ ਦੇ ਅੱਗੇ ਵਿਸ਼ੇਸ਼ ਹੈ। ਭਾਵੇਂ ਕਿੰਨੇ ਵੀ ਵੱਡੇ ਵੱਡੇ ਵਿਗਿਆਨ ਚਮਤਕਾਰ ਵਿਖਾਉਣ ਵਾਲੇ ਵੀ ਹੈ, ਚੰਦਰਮਾ ਤੱਕ ਪਹੁੰਚਣ ਵਾਲੇ ਵੀ ਹੈ, ਲੇਕਿਨ ਬਾਪ ਦੇ ਵਿਸ਼ੇਸ਼ ਬੱਚਿਆਂ ਦੇ ਅੱਗੇ ਉਹ ਵੀ ਅਣਜਾਣ ਹੈ। ਪੰਜਾਂ ਹੀ ਤੱਤਵਾਂ ਨੂੰ ਜਾਣ ਲਿਆ, ਉਹਨਾਂ ਤੇ ਵਿਜੇ ਵੀ ਪ੍ਰਾਪਤ ਕਰ ਲਈ, ਲੇਕਿਨ ਛੋਟੀ ਜਿਹੀ ਬਿੰਦੀ ਆਤਮਾ ਨੂੰ ਨਹੀਂ ਜਾਣਿਆ। ਇੱਥੇ ਛੋਟੇ ਬੱਚੇ ਨੂੰ ਵੀ ਪੁੱਛਣਗੇ ਤੁਸੀਂ ਕੌਣ ਹੈ, ਤਾਂ ਕੀ ਕਹਿਣਗੇ? ਆਤਮਾ। ਹਾਂ ਕਹਿਣਗੇ ਨਾ, ਆਤਮਾ ਕਿੱਥੇ ਰਹਿੰਦੀ ਹੈ ਉਹ ਵੀ ਦੱਸੇਗਾ। ਅਤੇ ਵਿਗਿਆਨਿਕ ਨੂੰ ਪੁੱਛੋ ਆਤਮਾ ਕੀ ਹੈ, ਆਤਮਾ ਦੇ ਵਿਗਿਆਨ ਨੂੰ ਹਲੇ ਤੱਕ ਜਾਣ ਨਹੀਂ ਸਕੇ। ਤਾਂ ਕਿੰਨੇ ਵੀ ਵੱਡੇ ਹਿਸਟਰੀ ਦੇ ਹਿਸਾਬ ਨਾਲ, ਇਸ ਦੁਨੀਆ ਦੇ ਹਿਸਾਬ ਨਾਲ ਵਿਸ਼ੇਸ਼ ਹੋਣ, ਲੇਕਿਨ ਜਿਸ ਨੇ ਆਪਣੇ ਨੂੰ ਨਹੀਂ ਜਾਣਿਆ ਉਸ ਤੋਂ ਤਾਂ ਇੱਥੇ ਦਾ 5 ਵਰ੍ਹੇ ਵਾਲਾ ਬੱਚਾ ਵਿਸ਼ੇਸ਼ ਹੋ ਗਿਆ। ਤੁਸੀਂ ਲੋਕਾਂ ਦਾ ਸ਼ੁਰੂ ਦਾ ਬਹੁਤ ਫਲਕ ਦਾ ਗੀਤ ਹੈ, ਯਾਦ ਹੈ ਕਿਹੜਾ ਗੀਤ ਹੈ? ਇੱਕ ਗੀਤ ਸੀ, ਕਿੰਨਾ ਵੀ ਵੱਡਾ ਸੇਠ ਸਵਾਮੀ ਹੋਵੇ ਲੇਕਿਨ ਅਲਫ ਨੂੰ ਨਹੀਂ ਜਾਣਿਆ, ਤਾਂ ਕਿੰਨੇ ਵੀ ਵੱਡੇ ਹੈ, ਭਾਵੇਂ ਨੇਤਾ ਹੈ, ਭਾਵੇਂ ਅਭਿਨੇਤਾ ਹੈ, ਲੇਕਿਨ ਆਪਣੇ ਆਪ ਨੂੰ ਨਹੀਂ ਜਾਣਿਆ ਤਾਂ ਕੀ ਜਾਣਿਆ? ਤਾਂ ਅਜਿਹੀਆਂ ਵਿਸ਼ੇਸ਼ ਆਤਮਾਵਾਂ ਹੋ। ਇੱਥੇ ਦੀ ਅਨਪੜ੍ਹ ਬਜ਼ੁਰਗ ਮਾਤਾ ਹੈ ਅਤੇ ਦੂਜੇ ਪਾਸੇ ਚੰਗਾ ਮਹਾਤਮਾ ਹੈ, ਲੇਕਿਨ ਬਜ਼ੁਰਗ ਮਾਤਾ ਫਲਕ ਨਾਲ ਕਹੇਗੀ ਕਿ ਅਸੀਂ ਪਰਮਾਤਮਾ ਨੂੰ ਪਾ ਲਿਆ, ਅਤੇ ਮਹਾਤਮਾ ਕਹੇਗਾ ਪਰਮਾਤਮਾ ਨੂੰ ਪਾਣਾ ਬਹੁਤ ਮੁਸ਼ਕਿਲ ਹੈ। ਲੇਕਿਨ ਇੱਥੇ 100 ਵਰ੍ਹੇ ਦੀ ਉਮਰ ਵਾਲੀ ਵੀ ਨਿਸ਼ਚੈ ਬੁੱਧੀ ਹੋਵੇਗੀ ਤਾਂ ਉਹ ਕੀ ਕਹੇਗੀ? ਤੁਸੀਂ ਲੱਭਦੇ ਰਹੋ, ਅਸੀਂ ਤਾਂ ਪਾ ਲਿਆ। ਤਾਂ ਮਹਾਤਮਾ ਵੀ ਤੁਹਾਡੇ ਅੱਗੇ ਕੀ ਹੈ? ਪ੍ਰਵਿਰਤੀ ਵਾਲੇ ਫਲਕ ਨਾਲ ਕਹਿਣਗੇ ਕਿ ਅਸੀਂ ਡਬਲ ਪਲੰਗ ਤੇ ਸੌਂਦੇ, ਇਕੱਠੇ ਰਹਿੰਦੇ ਵੀ ਪਵਿੱਤਰ ਹਾਂ, ਕਿਉਂਕਿ ਸਾਡੇ ਵਿੱਚ ਬਾਪ ਹੈ। ਅਤੇ ਮਹਾਤਮਾ ਕੀ ਕਹਿਣਗੇ ਅੱਗ ਕਪੂਸ ਇਕੱਠੇ ਰਹਿਣਾ ਇਹ ਤਾਂ ਅਸੰਭਵ ਲੱਗਦਾ ਹੈ। ਅਤੇ ਤੁਹਾਡੇ ਲਈ ਕੀ ਹੈ? ਪ੍ਰਵਿਰਤੀ ਵਾਲੇ ਦੱਸੋ, ਪ੍ਰਵਿਰਤੀ ਵਿੱਚ ਰਹਿਣਾ ਮੁਸ਼ਕਿਲ ਹੈ ਜਾਂ ਸਹਿਜ ਹੈ? ਸਹਿਜ ਹੈ, ਜਾਂ ਕਦੇ ਕਦੇ ਮੁਸ਼ਕਿਲ ਹੋ ਜਾਂਦਾ ਹੈ। ਜੋ ਪੱਕੇ ਹੈ ਉਹ ਤਾਂ ਵੱਡੀ ਸਭਾ ਹੋਵੇ ਜਾਂ ਕੁਛ ਵੀ ਹੋਵੇ, ਫਲਕ ਨਾਲ ਕਹਿ ਸਕਦੇ ਹੈ ਕਿ ਪਵਿੱਤਰਤਾ ਤੇ ਸਾਡਾ ਸਵਧਰਮ ਹੈ, ਪਰਮ ਧਰਮ ਨਹੀਂ ਹੈ, ਸਵਧਰਮ ਹੈ। ਤਾਂ ਸਵੈ ਸਹਿਜ ਹੁੰਦਾ ਹੈ ਪਰ ਮੁਸ਼ਕਿਲ ਹੁੰਦਾ ਹੈ। ਅਪਵਿੱਤਰਤਾ ਪਰ ਧਰਮ ਹੈ, ਲੇਕਿਨ ਪਵਿੱਤਰਤਾ ਸਵਧਰਮ ਹੈ। ਤਾਂ ਅਜਿਹੀ ਆਪਣੀ ਵਿਸ਼ੇਸ਼ਤਾਵਾਂ ਨੂੰ ਜਾਣਦੇ ਹੋ ਨਾ, ਕਿਉਂਕਿ ਨਵੇਂ ਵੀ ਬਹੁਤ ਆਏ ਹੈ ਨਾ, ਲੇਕਿਨ ਕਿੰਨੇ ਵੀ ਨਵੇਂ ਹੈ। ਪਵਿੱਤਰਤਾ ਦਾ ਪਾਠ ਤੇ ਪੱਕਾ ਹੈ ਨਾ। ਕਈ ਬੱਚੇ ਇਵੇਂ ਵੀ ਕਰਦੇ ਹੈ, ਜਦੋਂ ਤੱਕ ਬਾਪ ਨਾਲ ਮਿਲਣ ਦਾ 1 ਸਾਲ ਪੂਰਾ ਨਹੀਂ ਹੁੰਦਾ, ਸਭ ਨੂੰ ਪਤਾ ਹੈ ਕਿ ਇਹ ਨਿਯਮ ਪੱਕਾ ਹੈ, ਤਾਂ ਮਧੂਬਨ ਵਿੱਚ ਆਉਣ ਤੱਕ ਤੇ ਠੀਕ ਰਹਿੰਦੇ ਹੈ, ਲੇਕਿਨ ਵੇਖ ਲਿਆ ਪਹੁੰਚ ਗਏ ਤਾਂ ਕਈ ਵਾਪਸ ਜਾ ਕੇ ਅਲਵੀਲੇ ਵੀ ਹੋ ਜਾਂਦੇ ਹੈ। ਲੇਕਿਨ ਸੋਚੋ ਕਿ ਪਵਿੱਤਰਤਾ ਦੀ ਪ੍ਰਤਿਗਿਆ ਕਿਸ ਨਾਲ ਕੀਤੀ? ਬਾਪ ਦਾ ਫਰਮਾਨ ਹੈ ਨਾ, ਤਾਂ ਬਾਪ ਨਾਲ ਪ੍ਰਤਿਗਿਆ ਕਰ। ਫਿਰ ਜੇਕਰ ਅਲਵੀਲੇ ਹੁੰਦੇ ਹੈ ਤਾਂ ਨੁਕਸਾਨ ਕਿਸ ਦਾ ਹੋਵੇਗਾ? ਬ੍ਰਾਹਮਣ ਪਰਿਵਾਰ ਵਿੱਚ ਤੇ 1 ਜਾਂਦੇ 10 ਆਉਂਦੇ ਹੈ, ਲੇਕਿਨ ਨੁਕਸਾਨ ਕਮਜ਼ੋਰ ਹੋਣ ਦਾ। ਉਹਨਾਂ
ਆਤਮਾਵਾਂ ਨੂੰ ਹੁੰਦਾ ਹੈ। ਇਸ ਲਈ ਜੋ ਵੀ ਨਵੇਂ ਹੈ, ਪਹਿਲੀ ਵਾਰ ਆਏ ਹੈ, ਉਹ ਬਾਪ ਦੇ ਘਰ ਵਿੱਚ ਤੇ ਪਹੁੰਚ ਗਏ। ਇਹ ਤਾਂ ਭਾਗ ਦੀ ਗੱਲ ਹੈ ਹੀ, ਲੇਕਿਨ ਤਕਦੀਰ ਦੀ ਲਕੀਰ ਨੂੰ ਕਦੇ ਵੀ ਘੱਟ ਨਹੀਂ ਕਰਨਾ, ਤਕਦੀਰ ਨੂੰ ਵੱਡਾ ਕਰਨਾ। ਵੇਖੋ, ਕੋਈ ਵੀ ਬੱਚਾ ਲੌਕਿਕ ਵਿੱਚ ਵੀ ਪੈਦਾ ਹੁੰਦਾ ਹੈ ਤਾਂ ਸਾਰੇ ਕੀ ਕਹਿੰਦੇ ਹੈ, ਸਦਾ ਜਿਉਂਦਾ ਰਹੇ, ਵੱਡੀ ਉਮਰ ਹੋਵੇ। ਤਾਂ ਬਾਪ ਦਾਦਾ ਵੀ ਵਿਸ਼ੇਸ਼ ਆਤਮਾ ਦੀ ਅਵਿਨਾਸ਼ੀ ਵਿਸ਼ੇਸ਼ਤਾ ਵੇਖਣਾ ਚਾਹੁੰਦੇ ਹੈ। ਥੋੜੇ ਟਾਈਮ ਦੀ ਆਸ ਨਹੀਂ, 1 ਸਾਲ ਚੱਲੇ, 2 ਸਾਲ ਚੱਲੇ, ਇਹ ਨਹੀਂ। ਅਵਿਨਾਸ਼ੀ ਰਹਿਣ ਵਾਲੇ ਨੂੰ ਵੀ ਅਵਿਨਾਸ਼ੀ ਪਰਲਬਧ ਪ੍ਰਾਪਤ ਹੁੰਦੀ ਹੈ। ਤਾਂ ਮਾਤਾ ਵੀ ਪੱਕੀਆਂ ਹੈ, ਕਿਉਂਕਿ ਤੁਸੀਂ ਭਾਵੇਂ 1 ਸਾਲ ਦੇ ਹੋਏ ਜਾਂ 2 ਸਾਲ ਦੇ ਹੈ, 4 ਦੇ ਹੈ, ਪਰ ਸਮਾਪਤੀ ਤੇ ਇੱਕ ਹੀ ਸਮੇਂ ਹੋਣੀ ਹੈ ਨਾ, ਵਿਨਾਸ਼ ਤੇ ਇਕੱਠਾ ਹੋਵੇਗਾ ਨਾ। ਕਿ ਤੁਸੀਂ ਕਹੋਗੇ ਕਿ ਅਸੀਂ ਤਾਂ 2 ਸਾਲ ਦੇ ਹਾਂ, ਸਾਡੀ ਸਿਲਵਰ ਜੁਬਲੀ ਹੋ ਜਾਵੇ, ਪਿੱਛੇ ਵਿਨਾਸ਼ ਹੋਵੇ, ਇਹ ਤੇ ਨਹੀਂ ਹੋਵੇਗਾ ਨਾ। ਇਸ ਲਈ ਪਿੱਛੋਂ ਆਉਣ ਵਾਲੇ ਨੂੰ ਹੋਰ ਅੱਗੇ ਜਾਣਾ ਹੈ। ਥੋੜੇ ਸਮੇਂ ਵਿੱਚ ਬਹੁਤ ਕਮਾਈ ਕਰ ਸਕਦੇ ਹੈ, ਫਿਰ ਵੀ ਤੁਸੀਂ ਲੋਕਾਂ ਨੂੰ ਪੁਰਸ਼ਾਰਥ ਦਾ ਸਮਾਂ ਮਿਲਿਆ ਹੈ। ਅੱਗੇ ਚੱਲ ਕੇ ਤਾਂ ਇਹਨਾਂ ਵੀ ਸਮਾਂ ਨਹੀਂ ਮਿਲੇਗਾ। ਸੁਣਾਇਆ ਸੀ ਨਾ, ਹੁਣ ਲੇਟ ਤਾਂ ਵੋਟ ਤੇ ਲੱਗ ਗਿਆ ਹੈ, ਲੇਕਿਨ ਟੂ ਲੇਟ ਤਾਂ ਨਹੀਂ ਲੱਗਿਆ ਹੈ। ਤਾਂ ਤੁਸੀਂ ਸਭ ਲੱਕੀ ਹੈ। ਸਿਰਫ ਆਪਣੇ ਭਾਗ ਨੂੰ ਸਮ੍ਰਿਤੀ ਵਿੱਚ ਰੱਖਦੇ ਹੋਏ ਵੱਧਦੇ ਚੱਲਣਾ, ਕਿਸੇ ਦੀਆਂ ਗੱਲਾਂ ਵਿੱਚ ਨਹੀਂ ਜਾਣਾ। ਅੱਜ ਬਾਪ ਦਾਦਾ ਵੇਖ ਰਹੇ ਹੈ ਕਿ ਬੱਚਿਆਂ ਦੇ ਪੁਰਸ਼ਾਰਥ ਦਾ ਸਮਾਂ ਵੇਸਟ ਕਿਉਂ ਜਾਂਦਾ ਹੈ। ਚਾਹੁੰਦਾ ਕੋਈ ਨਹੀਂ ਹੈ, ਸਭ ਚਾਹੁੰਦੇ ਹੈ ਕਿ ਸਾਡਾ ਸਮਾਂ ਸਫਲ ਹੋਇਆ, ਲੇਕਿਨ ਵਿੱਚ ਦੀ ਕਿਤੇ ਆਧਾ ਘੰਟਾ, ਕਿਤੇ 15 ਮਿੰਟ, ਕਿਤੇ 5 ਮਿੰਟ ਵੇਸਟ ਚੱਲਿਆ ਜਾਂਦਾ ਹੈ। ਤਾਂ ਉਸ ਦਾ ਕਾਰਨ ਕੀ? ਅੱਜ ਬਾਪ ਦਾਦਾ ਨੇ ਵੇਖਿਆ ਕਿ ਮੈਜੋਰਿਟੀ ਦਾ ਵਿਸ਼ੇਸ਼ ਪੁਰਸ਼ਾਰਥ ਜੋ ਘੱਟ ਜਾਂ ਢਿੱਲਾ ਹੁੰਦਾ ਹੈ, ਉਸ ਤੇ 3 ਕਾਰਨ ਹੈ। ਪਹਿਲਾ, ਚਲਦੇ ਸ਼੍ਰੀਮਤ ਦੇ ਨਾਲ ਆਤਮਾਵਾਂ ਦੀ ਪਰਮਤ ਮਿਕਸ ਕਰ ਦਿੰਦੇ ਹੈ। ਕੋਈ ਨਾ ਕੋਈ ਗੱਲ ਸੁਣਾ ਦਿੱਤੀ ਅਤੇ ਤੁਸੀਂ ਸਮਝਦੇ ਹੋ ਕਿ ਸੁਣਾਉਣ ਵਾਲਾ ਤੇ ਚੰਗਾ ਸੱਚਾ ਮਹਾਰਥੀ ਹੈ ਅਤੇ ਤੁਹਾਡੇ ਉਸ ਦੇ ਫੇਤ ਵੀ ਹੈ। ਜਦੋਂ ਅਜਿਹੀ ਕੋਈ ਆਤਮਾ ਤੁਹਾਨੂੰ ਅਜਿਹੀ ਗੱਲਾਂ ਸੁਣਾਉਂਦੀ ਹੈ ਜਿਸ ਵਿੱਚ ਇੰਟਰਸਟ ਵੀ ਆਉਂਦਾ ਹੈ, ਸਮਾਚਾਰ ਤੇ ਚੰਗਾ ਹੈ, ਜਿਵੇਂ ਸੰਸਾਰ ਚੰਗਾ ਲੱਗਦਾ ਹੈ ਨਾ, ਤਾਂ ਬ੍ਰਾਹਮਣ ਸੰਸਾਰ ਦਾ ਸਮਾਚਾਰ ਵੀ ਚੰਗਾ ਲੱਗਦਾ ਹੈ। ਤਾਂ ਤੁਸੀਂ ਉਸ ਦੇ ਫੇਦ ਰੱਖ ਕਰਕੇ ਉਹ ਗੱਲ ਸੁਣ ਲਈ, ਮਾਨਾ ਆਪਣੇ ਅੰਦਰ ਸਮਾ ਲਈ, ਕੱਟ ਨਹੀਂ ਕੀਤਾ। ਤਾਂ ਗੱਲ ਸੱਚੀ ਵੀ ਹੈ, ਸਮਾਚਾਰ ਸੱਚਾ ਵੀ ਹੁੰਦਾ ਹੈ, ਸਭ ਝੂਠਾ ਨਹੀਂ ਹੁੰਦਾ, ਕੋਈ ਸੱਚਾ ਵੀ ਹੁੰਦਾ ਹੈ। ਲੇਕਿਨ ਬਾਪ ਦਾ ਫਰਮਾਨ ਕੀ ਹੈ ਕਿ ਅਜਿਹੇ ਸਮਾਚਾਰ ਭਾਵੇਂ ਸੁਣੋ, ਇਹ ਹੈ ਫਰਮਾਨ ਨਹੀਂ ਜਿਸ ਵਿੱਚ ਤੁਹਾਡਾ ਕੋਈ ਕਨੈਕਸ਼ਨ ਨਹੀਂ ਹੈ, ਸਿਰਫ ਦਿਲਚਸਪ ਸਮਾਚਾਰ ਹੈ। ਤੁਸੀਂ ਕਰ ਕੁਝ ਨਹੀਂ ਸਕਦੇ, ਸਿਰਫ ਸੁਣ ਲਿਆ। ਤਾਂ ਇਹ ਸਮਾਚਾਰ ਬੁੱਧੀ ਵਿੱਚ ਤੇ ਗਿਆ, ਟਾਈਮ ਵੇਸਟ ਤੇ ਹੋਇਆ ਜਾਂ ਨਹੀਂ, ਅਤੇ ਬਾਪ ਦੀ ਸ਼੍ਰੀਮਤ ਵਿੱਚ ਪਰਮਤ ਕਰ ਦਿੱਤੀ, ਕਿਉਂਕਿ ਬਾਪ ਦੀ ਆਗਿਆ ਹੈ। ਸੁਣਦੇ ਹੋਏ ਨਹੀਂ ਸੁਣੋ। ਤਾਂ ਤੁਸੀਂ ਸੁਣਿਆ ਕਿਉਂ? ਉਸ ਦੀ ਆਦਤ ਪਈ, ਮਤਲਬ ਇੱਕ ਵਾਰੀ ਤੁਹਾਨੂੰ ਸਮਾਚਾਰ ਸੁਣਾਇਆ, ਤੁਹਾਨੂੰ ਵੀ ਬਹੁਤ ਚੰਗਾ ਲੱਗਾ, ਨਵੀਂ ਗੱਲ ਹੈ, ਅਜਿਹਾ ਵੀ ਹੁੰਦਾ ਹੈ, ਇਹ ਤੇ ਪਤਾ ਪੈ ਗਿਆ। ਲੇਕਿਨ ਜੇਕਰ ਇੱਕ ਵਾਰੀ ਤੁਸੀਂ ਉਹਨਾਂ ਦੀ ਗੱਲ ਸੁਣੀ ਤਾਂ ਦੂਜੀ ਵਾਰੀ ਉਹ ਕਿੱਥੇ ਜਾਵੇਗਾ, ਤੁਹਾਡੇ ਕੋਲ ਆਵੇਗਾ। ਤੁਸੀਂ ਉਸ ਦੇ ਲਈ ਕੂੜੇ ਦਾ ਡੱਬਾ ਬਣ ਗਏ ਨਾ। ਜੋ ਵੀ ਅਜਿਹਾ ਸਮਾਚਾਰ ਹੋਵੇਗਾ ਉਹ ਤੁਹਾਡੇ ਕੋਲ ਹੀ ਆ ਕੇ ਸੁਣਾਏਗਾ, ਕਿਉਂਕਿ ਤੁਸੀਂ ਸੁਣਿਆ। ਇਸ ਲਈ ਜਾਂ ਤੇ ਉਸ ਨੂੰ ਸਮਝਾਓ, ਅਜਿਹੀਆਂ ਗੱਲਾਂ ਤੋਂ ਉਸ ਨੂੰ ਵੀ ਮੁਕਤ ਕਰੋ। ਸੁਣ ਕਰਕੇ ਇੰਟਰਸਟ ਨਹੀਂ ਵਧਾਓ, ਲੇਕਿਨ ਜੇਕਰ ਸੁਣਦੇ ਹੈ ਤਾਂ ਤੁਹਾਡੇ ਵਿੱਚ ਇਤਨੀ ਤਾਕਤ ਹੋਵੇ ਜੋ ਉਸ ਨੂੰ ਵੀ ਸਦਾ ਦੇ ਲਈ ਫੁੱਲ ਸਟਾਪ ਲਗਾ ਦਿਓ। ਆਪਣੇ ਅੰਦਰ ਵੀ ਫੁੱਲ ਸਟਾਪ ਲਗਾਓ। ਜਿਸ ਵਿਅਕਤੀ ਦਾ ਸਮਾਚਾਰ ਸੁਣਿਆ ਉਸ ਦੇ ਪ੍ਰਤੀ ਦ੍ਰਿਸ਼ਟੀ ਵਿੱਚ ਜਾਂ ਸੰਕਲਪ ਵਿੱਚ ਵੀ ਘ੍ਰਿਣ ਭਾਵ ਬਿਲਕੁਲ ਨਹੀਂ ਹੋਵੇ। ਇਤਨੀ ਪਾਵਰ ਤੁਹਾਡੇ ਵਿੱਚ ਹੈ ਤਾਂ ਇਹ ਸੁਣਨਾ ਨਹੀਂ ਹੋਇਆ, ਉਸ ਦਾ ਕਲਿਆਣ ਕਰਨਾ ਹੋਇਆ। ਲੇਕਿਨ ਰਿਜ਼ਲਟ ਵਿੱਚ ਵੇਖਿਆ ਜਾਂਦਾ ਹੈ ਮੈਜੋਰਿਟੀ ਥੋੜਾ ਕਿਚੜਾ ਇਕੱਠਾ ਹੁੰਦਾ ਇਹ ਘ੍ਰਿਣ ਭਾਵ ਜਾਂ ਚਾਲ ਚਲਨ ਵਿੱਚ ਅੰਤਰ ਆ ਜਾਂਦਾ ਹੈ। ਹੋਰ ਕੁਝ ਵੀ ਨਹੀਂ ਹੋਵੇਗਾ ਨਾ। ਤਾਂ ਉਸ ਆਤਮਾ ਦੇ ਪ੍ਰਤੀ ਸੇਵਾ ਕਰਨ ਦੀ ਭਾਵਨਾ ਨਹੀਂ ਹੋਵੇਗੀ, ਭਾਰੀਪਨ ਹੋਵੇਗਾ। ਇਸ ਨੂੰ ਕਿਹਾ ਜਾਂਦਾ ਹੈ ਸ਼੍ਰੀਮਤ ਵਿੱਚ ਪਰਮਤ ਮਿਲਾਣਾ। ਸਮਾਚਾਰ ਦੇ ਬਾਪ ਦਾਦਾ ਵੀ ਸੁਣਾਉਂਦੇ ਹੈ, ਲੇਕਿਨ ਹੁੰਦਾ ਕੀ ਹੈ, ਮੈਜੋਰਿਟੀ ਦਾ ਭਾਵ ਬਦਲ ਜਾਂਦਾ ਹੈ। ਸੁਣਾਉਣ ਵਿੱਚ ਵੀ ਇਹ ਭਾਵ ਬਦਲ ਜਾਂਦਾ ਹੈ। ਇੱਕ ਅੱਗੇ ਕਹਿੰਦੇ ਹੈ, ਮੈਂ ਵੇਖਿਆ ਕਿ ਇਹ 2 ਗੱਲਾਂ
ਕਰ ਰਹੇ ਹੈ ਅਤੇ ਇੱਕ ਦਾ ਸੁਣਿਆ ਹੋਇਆ ਦੂਜਾ ਫਿਰ ਕਹਿੰਦਾ ਹੈ ਨਹੀਂ ਖੜੇ ਵੀ ਸੀ ਅਤੇ ਬਹੁਤ ਚੰਗੀ ਤਰ੍ਹਾਂ ਨਹੀਂ ਖੜੇ ਸੀ। ਦੂਸਰਾ ਐਡੀਸ਼ਨ ਹੋਇਆ। ਫਿਰ ਤੀਸਰਾ ਕਹੇਗਾ ਇਹਨਾਂ ਦਾ ਤੇ ਹੁੰਦਾ ਹੀ ਹੈ, ਕਿੰਨਾ ਭਾਵ ਬਦਲ ਗਿਆ। ਉਹਨਾਂ ਦੀ ਭਾਵਨਾ ਕੀ ਅਤੇ ਗੱਲਾਂ ਵਿੱਚ ਭਾਵ ਕਿੰਨਾ ਬਦਲ ਜਾਂਦਾ ਹੈ। ਤਾਂ ਇਹ ਪਰਮਤ ਵਾਯੂਮੰਡਲ ਨੂੰ ਖਰਾਬ ਕਰ ਦਿੰਦਾ ਹੈ। ਤਾਂ ਜੋ ਟਾਈਮ ਵੇਸਟ ਜਾਂਦਾ ਹੈ ਉਸ ਦਾ ਇੱਕ ਕਾਰਨ ਪਰਮਤ ਅਤੇ ਦੂਸਰਾ ਕਾਰਨ ਹੈ ਪਰਚਿੰਤਨ। ਇੱਕ ਤੋਂ ਗੱਲ ਸੁਣੀ ਅਤੇ 8-10 ਨੂੰ ਨਹੀਂ ਸੁਣਾਉਂਦੇ, ਇਹ ਨਹੀਂ ਹੋ ਸਕਦਾ। ਜੇਕਰ ਕੋਈ ਦੂਰ ਦੇਸ਼ ਵਿੱਚ ਵੀ ਹੋਵੇਗਾ ਨਾ ਤਾਂ ਵੀ ਉਸਨੂੰ ਚਿੱਠੀ ਵਿੱਚ ਲਿਖ ਦੇਣਗੇ। ਇੱਥੇ ਬੜੀ ਨਈ ਗੱਲ ਹੋਈ ਹੈ, ਤੁਸੀਂ ਆਓਗੇ ਨਾ ਤਾਂ ਜ਼ਰੂਰ ਸੁਣਾਓਗੇ। ਤਾਂ ਇਹ ਕੀ ਹੋ ਗਿਆ ਪਰਚਿੰਤਨ। ਸਮਝੋ ਤੁਸੀਂ ਇਹ 4 ਨੂੰ ਸੁਣਾਇਆ, ਉਹਨਾਂ 4 ਦੀ ਭਾਵਨਾ ਉਸ ਆਤਮਾ ਦੇ ਪ੍ਰਤੀ ਤੁਸੀਂ ਖਰਾਬ ਤੇ ਕੀਤੀ ਨਾ ਅਤੇ ਪਰਚਿੰਤਨ ਸ਼ੁਰੂ ਹੋਇਆ ਤਾਂ ਉਸ ਦੀ ਗਤੀ ਬੜੀ ਫਾਸਟ ਅਤੇ ਲੰਬੀ ਹੁੰਦੀ ਹੈ। ਪਰਚਿੰਤਨ 1-2 ਸੈਕਿੰਡ ਵਿੱਚ ਪੂਰਾ ਨਹੀਂ ਹੁੰਦਾ। ਜਿਵੇਂ ਬਾਪ ਦਾਦਾ ਸੁਣਾਉਂਦੇ ਹੈ ਕਿ ਜਦ ਕਿਸੇ ਨੂੰ ਵੀ ਗਿਆਨ ਸੁਣਾਓ ਤਾਂ ਇੰਟਰਸਟ ਦਿਵਾਉਣ ਦੇ ਲਈ ਉਸ ਨੂੰ ਕਹਾਣੀ ਦੇ ਤਰੀਕੇ ਨਾਲ ਸੁਣਾਓ। ਪਹਿਲੇ ਇਹ ਹੋਇਆ, ਫਿਰ ਕੀ ਹੋਇਆ, ਫਿਰ ਕੀ ਹੋਇਆ, ਫਿਰ ਕੀ ਹੋਇਆ, ਤਾਂ ਇੰਟਰਸਟ ਵੱਧਦਾ ਹੈ ਨਾ। ਇਵੇਂ ਜੋ ਪਰਚਿੰਤਨ ਹੁੰਦਾ ਹੈ ਉਹ ਵੀ ਇੱਕ ਇੰਟਰਸਟ ਹੁੰਦਾ ਹੈ। ਉਸ ਵਿੱਚ ਦੂਜਾ ਜ਼ਰੂਰ ਸੋਚੇਗਾ ਫਿਰ ਕੀ ਹੋਇਆ, ਫਿਰ ਉਵੇਂ ਹੋਇਆ ਜਾਂ ਇਵੇਂ ਹੋਇਆ ਹੋਵੇਗਾ। ਤਾਂ ਇਹ ਵੀ ਕਹਾਣੀ ਬੜੀ ਲੰਬੀ ਹੈ। ਬਾਪ ਦਾਦਾ ਦੇ ਸਭ ਤੇ ਦਿਲ ਦੀਆਂ ਗੱਲਾਂ ਸੁਣਦੇ ਵੀ ਹੈ, ਵੇਖਦੇ ਵੀ ਹੈ। ਕੋਈ ਕਿੰਨਾ ਵੀ ਛੁਪਾਉਣ ਦੀ ਕੋਸ਼ਿਸ਼ ਕਰੇ, ਸਿਰਫ ਬਾਪ ਦਾਦਾ ਕਿਤੇ ਲੋਕ ਸੰਗ੍ਰਹਿ ਦੇ ਅਰਥ ਖੁੱਲਾ ਇਸ਼ਾਰਾ ਨਹੀਂ ਦਿੰਦੇ, ਬਾਕੀ ਜਾਣਦੇ ਸਭ ਹੈ। ਕੋਈ ਕਿੰਨਾ ਵੀ ਕਹੇ ਕਿ ਨਹੀਂ ਮੈਂ ਤਾਂ ਕਦੇ ਨਹੀਂ ਇਹ ਕਰਦਾ, ਬਾਪ ਦਾਦਾ ਦੇ ਕੋਲ ਰਜਿਸਟਰ ਹੈ, ਕਿੰਨੇ ਵਾਰ ਕੀਤਾ, ਕੀ ਕੀਤਾ, ਕਿਸ ਵੇਲੇ ਕੀਤਾ, ਕਿੰਨੀਆਂ ਨਾਲ ਕੀਤਾ, ਇਹ ਸਭ ਰਜਿਸਟਰ ਹੈ। ਫਿਰ ਕਿਧਰੇ ਚੁੱਪ ਰਹਿਣਾ ਪੈਂਦਾ ਹੈ ਤਾਂ ਦੂਸਰੀ ਗੱਲ ਸੁਣਾਈ ਪਰਚਿੰਤਨ। ਉਸ ਦਾ ਸਵੈ ਚਿੰਤਨ ਕਦੇ ਨਹੀਂ ਚੱਲੇਗਾ। ਕੋਈ ਵੀ ਗੱਲ ਹੋਵੇਗੀ ਪਰਚਿੰਤਨ ਵਾਲਾ ਆਪਣੀ ਗਲਤੀ ਵੀ ਦੂਸਰੇ ਦੇ ਲਗਾਵੇਗਾ ਅਤੇ ਪਰਚਿੰਤਨ ਵਾਲੇ ਗੱਲ ਬਣਾਉਣ ਵਿੱਚ ਨੰਬਰ 1 ਹੁੰਦੇ ਹੈ। ਪੂਰੀ ਆਪਣੀ ਗਲਤੀ ਦੂਜੇ ਤੇ ਪ੍ਰਤੀ ਇਵੇਂ ਸਿੱਧ ਕਰਨਗੇ ਜੋ ਸੁਣਨ ਵਾਲੇ ਵੱਡਿਆਂ ਨੂੰ ਵੀ ਚੁੱਪ ਰਹਿਣਾ ਪੈਂਦਾ ਹੈ। ਤਾਂ ਸਵੈ ਚਿੰਤਨ ਇਸ ਨੂੰ ਨਹੀਂ ਕਿਹਾ ਜਾਂਦਾ ਹੈ ਕਿ ਸਿਰਫ ਗਿਆਨ ਦੀਆਂ ਪੁਆਇੰਟਸ ਰਿਪੀਟ ਕਰ ਦਿੱਤੀਆਂ ਜਾਂ ਗਿਆਨ ਦੀਆਂ ਪੁਆਇੰਟਸ ਸੁਣ ਲਈਆਂ, ਸੁਣਾ ਦਿੱਤੀਆਂ, ਸਿਰਫ ਇਹ ਹੀ ਪਰਚਿੰਤਨ ਨਹੀਂ ਹੈ। ਲੇਕਿਨ ਸਵੈ ਚਿੰਤਨ ਮਤਲਬ ਆਪਣੀਆਂ ਸੂਖਸ਼ਮ ਕਮਜ਼ੋਰੀਆਂ ਨੂੰ, ਆਪਣੀ ਛੋਟੀਆਂ ਗਲਤੀਆਂ ਨੂੰ ਚਿੰਤਨ ਕਰਕੇ ਮਿਟਾਉਣਾ, ਪਰਿਵਰਤਨ ਕਰਨਾ, ਇਹ ਸਵੈ ਚਿੰਤਨ ਹੈ। ਬਾਕੀ ਗਿਆਨ ਸੁਣਨਾ ਅਤੇ ਸੁਣਾਉਣਾ ਉਸ ਵਿੱਚ ਤਾਂ ਸਾਰੇ ਹੁਸ਼ਿਆਰ ਹੈ, ਉਹ ਗਿਆਨ ਦਾ ਚਿੰਤਨ ਹੈ, ਮਨਨ ਹੈ। ਲੇਕਿਨ ਸਵੈ ਚਿੰਤਨ ਦਾ ਮਹੀਨ ਅਰਥ ਆਪਣੇ ਪ੍ਰਤੀ ਹੈ, ਕਿਉਂਕਿ ਸਦਾ ਰਿਜ਼ਲਟ ਨਿਕਲੇਗੀ ਤਾਂ ਰਿਜ਼ਲਟ ਵਿੱਚ ਇਹ ਨਹੀਂ ਵੇਖਿਆ ਜਾਵੇਗਾ ਕਿ ਇਸ ਨੇ ਗਿਆਨ ਦਾ ਮਨਨ ਚੰਗਾ ਕੀਤਾ ਜਾਂ ਸੇਵਾ ਵਿੱਚ ਗਿਆਨ ਨੂੰ ਚੰਗਾ ਯੂਜ਼ ਕੀਤਾ। ਇਸ ਰਿਜ਼ਲਟ ਦੇ ਪਹਿਲੇ ਸਵੈ ਚਿੰਤਨ ਅਤੇ ਪਰਿਵਰਤਨ। ਸਵੈ ਚਿੰਤਨ ਕਰਨ ਦਾ ਅਰਥ ਹੀ ਹੈ ਪਰਿਵਰਤਨ ਕਰਨਾ। ਤਾਂ ਜਦੋਂ ਫਾਈਨਲ ਰਿਜ਼ਲਟ ਹੋਵੇਗੀ ਉਸ ਵਿੱਚ ਪਹਿਲੀ ਮਾਰਕਸ ਪ੍ਰੈਕਟੀਕਲ ਧਾਰਨਾ ਸਵਰੂਪ ਨੂੰ ਮਿਲੇਗੀ। ਜੋ ਧਾਰਨਾ ਸਵਰੂਪ ਹੋਵੇਗਾ ਉਹ ਨੈਚੁਰਲ ਯੋਗੀ ਤਾਂ ਹੋਵੇਗਾ ਹੀ। ਜੇਕਰ ਮਾਰਕਸ ਜ਼ਿਆਦਾ ਲੈਣੀ ਹੈ ਤਾਂ ਪਹਿਲੇ ਜੋ ਦੂਸਰੇ ਨੂੰ ਸੁਣਾਉਂਦੇ ਹੈ, ਅੱਜ ਕੱਲ੍ਹ ਵੈਲਿਊ ਤੇ ਜੋ ਭਾਸ਼ਣ ਕਰਦੇ ਹੈ ਉਸ ਦੀ ਪਹਿਲੇ ਖੁਦ ਵਿੱਚ ਚੈਕਿੰਗ ਕਰੋ, ਕਿਉਂਕਿ ਸੇਵਾ ਦੀ ਇੱਕ ਮਾਰਕਸ ਦਾ ਤਾਂ ਧਾਰਨਾ ਸਵਰੂਪ ਦੀ 10 ਮਾਰਕਸ ਹੁੰਦੀ ਹੈ। ਜੇਕਰ ਤੁਸੀਂ ਗਿਆਨ ਨਹੀਂ ਦੇ ਸਕਦੇ ਹੈ ਪਰ ਆਪਣੀ ਧਾਰਨਾ ਨਾਲ ਪ੍ਰਭਾਵ ਪਾਉਂਦੇ ਹੈ ਤਾਂ ਤੁਹਾਡੇ ਸੇਵਾ ਦੀ ਮਾਰਕਸ ਜਮ੍ਹਾਂ ਹੋ ਗਈ ਨਾ। ਅੱਜ ਕੱਲ੍ਹ ਕਈ ਸਮਝਦੇ ਹੈ ਕਿ ਸਾਨੂੰ ਸੇਵਾ ਦਾ ਚਾਂਸ ਬਹੁਤ ਘੱਟ ਮਿਲਦਾ ਹੈ, ਸਾਨੂੰ ਚਾਂਸ ਮਿਲਣਾ ਚਾਹੀਦਾ, ਦੂਸਰੇ ਨੂੰ ਮਿਲਦਾ ਹੈ, ਮੈਨੂੰ ਕਿਉਂ ਨਹੀਂ। ਸੇਵਾ ਕਰਨਾ ਬਹੁਤ ਚੰਗਾ ਹੈ, ਕਿਉਂਕਿ ਜੇਕਰ ਬੁੱਧੀ ਫਰੀ ਰਹਿੰਦੀ ਹੈ ਤਾਂ ਵਿਅਰਥ ਬਹੁਤ ਚੱਲਦਾ ਹੈ। ਇਸ ਲਈ ਸੇਵਾ ਵਿੱਚ ਬੁੱਧੀ ਬਿਜ਼ੀ ਰਹੇ, ਇਹ ਸਾਧਨ ਵਧੀਆ ਹੈ। ਸੇਵਾ ਦਾ ਉਮੰਗ ਤਾਂ ਚੰਗਾ ਹੀ ਹੈ, ਪਰ ਡਰਾਮੇ ਅਨੁਸਾਰ ਜਾਂ ਸਰਕਮਸਟੈਂਸਿਸ ਅਨੁਸਾਰ ਮਾਨੋ ਤੁਹਾਨੂੰ ਚਾਂਸ ਨਹੀਂ ਮਿਲਿਆ ਅਤੇ ਤੁਹਾਡੀ ਅਵਸਥਾ ਦੂਸਰੇ ਦੀ ਸੇਵਾ ਕਰਨ ਦੀ ਬਜਾਏ ਆਪਣੀ ਵੀ ਗਿਰਾਵਟ ਵਿੱਚ ਆ ਜਾਏ ਜਾਂ
ਉਹ ਸੇਵਾ ਨਾਲ ਤੁਸੀਂ ਹਲਚਲ ਵਿੱਚ ਆਏ ਤਾਂ ਉਹ ਸੇਵਾ ਕੀ ਹੋਈ? ਉਸ ਸੇਵਾ ਦਾ ਪ੍ਰਤੱਖ ਫਲ ਕੀ ਮਿਲੇਗਾ? ਸੱਚੀ ਸੇਵਾ, ਪਿਆਰ ਨਾਲ ਸੇਵਾ, ਸਭ ਦੀਆਂ ਦੁਆਵਾਂ ਨਾਲ ਸੇਵਾ, ਉਸ ਦਾ ਪ੍ਰਤੱਖ ਫਲ ਖੁਸ਼ੀ ਹੁੰਦੀ ਹੈ। ਅਤੇ ਜੇਕਰ ਸੇਵਾ ਵਿੱਚ ਫੀਲਿੰਗ ਆ ਗਈ ਤਾਂ ਇੱਥੇ ਬ੍ਰਾਹਮਣ ਫੀਲਿੰਗ ਨੂੰ ਕੀ ਕਹਿੰਦੇ ਹੈ? ਫਲੂ। ਫਲੂ ਵਾਲਾ ਕੀ ਕਰਦਾ ਹੈ? ਸੋ ਜਾਂਦਾ ਹੈ। ਖਾਣਾ ਨਹੀਂ ਖਾਏਗਾ, ਸੋ ਜਾਏਗਾ। ਇੱਥੇ ਵੀ ਫੀਲਿੰਗ ਆਉਂਦੀ ਹੈ ਤਾਂ ਜਾਂ ਖਾਣਾ ਛੱਡਣਾ ਜਾਂ ਰੁੱਸ ਕਰਕੇ ਬੈਠ ਜਾਏਗਾ, ਤਾਂ ਇਹ ਫਲੂ ਹੋਇਆ ਨਾ। ਜੇਕਰ ਤੁਸੀਂ ਧਾਰਨਾ ਸਵਰੂਪ ਹੋ, ਸੱਚੇ ਸੇਵਾਧਾਰੀ ਹੋ, ਸਵਾਰਥੀ ਸੇਵਾ ਨਹੀਂ। ਇੱਕ ਹੁੰਦੀ ਹੈ ਕਲਿਆਣ ਦੀ ਭਾਵਨਾ ਨਾਲ ਸੇਵਾ ਅਤੇ ਦੂਜੀ ਹੁੰਦੀ ਹੈ ਸਵਾਰਥ ਨਾਲ। ਮੇਰਾ ਨਾਮ ਆ ਜਾਏਗਾ, ਮੇਰਾ ਅਖਬਾਰ ਵਿੱਚ ਫੋਟੋ ਆ ਜਾਏਗਾ, ਮੇਰਾ ਟੀਵੀ ਵਿੱਚ ਆ ਜਾਵੇਗਾ, ਮੇਰਾ ਬ੍ਰਾਹਮਣ ਵਿੱਚ ਨਾਮ ਹੋ ਜਾਵੇਗਾ, ਬ੍ਰਾਹਮਣੀ ਬਹੁਤ ਅੱਗੇ ਰੱਖੇਗੀ, ਪੁੱਛੇਗੀ। ਇਹ ਸਭ ਭਾਵ ਸਵਾਰਥੀ ਸੇਵਾ ਦੇ ਹੈ। ਕਿਉਂਕਿ ਅੱਜ ਕੱਲ੍ਹ ਦੇ ਹਿਸਾਬ ਨਾਲ, ਪ੍ਰਤੱਖਤਾ ਦੇ ਹਿਸਾਬ ਨਾਲ ਹੁਣ ਸੇਵਾ ਤੁਹਾਡੇ ਕੋਲ ਆਵੇਗੀ। ਸ਼ੁਰੂ ਵਿੱਚ ਸਥਾਪਨਾ ਦੀ ਗੱਲ ਦੂਜੀ ਸੀ, ਲੇਕਿਨ ਹੁਣ ਤੁਸੀਂ ਸੇਵਾ ਦੇ ਪਛਾੜੀ ਨਹੀਂ ਜਾਓਗੇ। ਤੁਹਾਡੇ ਕੋਲ ਸੇਵਾ ਖੁਦ ਚੱਲ ਕੇ ਆਵੇਗੀ। ਤਾਂ ਜੋ ਸੱਚਾ ਸੇਵਾਧਾਰੀ ਹੈ, ਉਸ ਸੇਵਾਧਾਰੀ ਨੂੰ ਚਲੋ ਹੋਰ ਕੋਈ ਇਹ ਸੇਵਾ ਨਹੀਂ ਮਿਲੀ, ਲੇਕਿਨ ਬਾਪ ਦਾਦਾ ਕਹਿੰਦੇ ਹੈ ਆਪਣੇ ਚਿਹਰੇ ਤੋਂ, ਆਪਣੀ ਚਲਨ ਤੋਂ ਸੇਵਾ ਕਰੋ। ਤੁਹਾਡਾ ਚਿਹਰਾ ਬਾਪ ਦਾ ਸਾਖਸ਼ਾਤਕਾਰ ਕਰਾਵੇ, ਤੁਹਾਡਾ ਚਿਹਰਾ, ਤੁਹਾਡੀ ਚਲਨ ਬਾਪ ਦੀ ਯਾਦ ਦਿਲਾਵੇ। ਇਹ ਸੇਵਾ ਨੰਬਰ 1 ਹੈ। ਇਵੇਂ ਦੇ ਸੇਵਾਧਾਰੀ ਜਿਨ੍ਹਾਂ ਵਿੱਚ ਸਵਾਰਥ ਭਾਵ ਨਹੀਂ ਹੋਵੇ, ਇਵੇਂ ਨਹੀਂ ਮੈਨੂੰ ਹੀ ਚਾਂਸ ਮਿਲੇ, ਮੇਰੇ ਨੂੰ ਹੀ ਮਿਲਣਾ ਚਾਹੀਦਾ ਹੈ, ਕਿਉਂ ਨਹੀਂ ਮਿਲਦਾ, ਮਿਲਣਾ ਚਾਹੀਦਾ। ਇਵੇਂ ਦੇ ਸੰਕਲਪ ਨੂੰ ਵੀ ਸਵਾਰਥ ਕਿਹਾ ਜਾਂਦਾ ਹੈ। ਭਾਵੇਂ ਬ੍ਰਾਹਮਣ ਪਰਿਵਾਰ ਵਿੱਚ ਤੁਹਾਡਾ ਨਾਮ ਨਾਮੀ ਗ੍ਰਾਮੀ ਨਹੀਂ ਹੈ, ਸੇਵਾਧਾਰੀ ਚੰਗੇ ਹੋ, ਫਿਰ ਵੀ ਤੁਹਾਡਾ ਨਾਮ ਨਹੀਂ ਹੈ, ਪਰ ਬਾਪ ਦੇ ਕੋਲ ਤਾਂ ਨਾਮ ਹੈ ਨਾ। ਜਦੋਂ ਬਾਪ ਦੇ ਦਿਲ ਤੇ ਨਾਮ ਹੈ ਤਾਂ ਹੋਰ ਕੀ ਚਾਹੀਦਾ ਹੈ? ਅਤੇ ਸਿਰਫ ਬਾਪ ਦੇ ਦਿਲ ਤੇ ਨਹੀਂ, ਪਰ ਜਦੋਂ ਫਾਈਨਲ ਵਿੱਚ ਨੰਬਰ ਮਿਲਣਗੇ ਤਾਂ ਤੁਹਾਡਾ ਨੰਬਰ ਅੱਗੇ ਹੋਵੇਗਾ, ਕਿਉਂਕਿ ਬਾਪ ਦਾਦਾ ਹਿਸਾਬ ਰੱਖਦੇ ਹੈ। ਤੁਹਾਨੂੰ ਚਾਂਸ ਨਹੀਂ ਮਿਲਿਆ, ਤੁਸੀਂ ਰਾਈਟ ਹੈ, ਪਰ ਚਾਂਸ ਨਹੀਂ ਮਿਲਿਆ ਤਾਂ ਉਹ ਵੀ ਨੋਟ ਹੁੰਦਾ ਹੈ। ਅਤੇ ਮੰਗ ਕੇ ਚਾਂਸ ਲਿਆ, ਉਹ ਕੀਤਾ ਤਾਂ ਸਹੀ ਹੀ, ਪਰ ਉਹ ਵੀ ਮਾਰਕਸ ਘੱਟ ਹੁੰਦੇ ਹੈ। ਇਹ ਧਰਮਰਾਜ ਦਾ ਖਾਤਾ ਕੋਈ ਘੱਟ ਨਹੀਂ ਹੈ, ਬਹੁਤ ਸੂਖਸ਼ਮ ਹਿਸਾਬ ਕਿਤਾਬ ਹੈ। ਇਸ ਲਈ ਨਿਸਵਾਰਥ ਬਣੋ, ਆਪਣਾ ਸਵਾਰਥ ਨਹੀਂ ਹੋਵੇ, ਕਲਿਆਣ ਦਾ ਸਵਾਰਥ ਹੋਵੇ। ਜੇਕਰ ਤੁਹਾਨੂੰ ਚਾਂਸ ਹੈ ਅਤੇ ਦੂਸਰਾ ਸਮਝਦਾ ਹੈ ਕਿ ਸਾਨੂੰ ਵੀ ਮਿਲੇ ਤਾਂ ਬਹੁਤ ਚੰਗਾ ਅਤੇ ਯੋਗ ਵੀ ਹੈ। ਤਾਂ ਜੇਕਰ ਮਤਲਬ ਤੁਸੀਂ ਆਪਣਾ ਚਾਂਸ ਉਸ ਨੂੰ ਦਿੰਦੇ ਹੋ ਤਾਂ ਵੀ ਤੁਹਾਡਾ ਸ਼ੇਅਰ ਉਸ ਵਿੱਚ ਆ ਜਾਂਦਾ ਹੈ। ਭਾਵੇਂ ਤੁਸੀਂ ਨਹੀਂ ਕੀਤਾ, ਪਰ ਕਿਸੇ ਨੂੰ ਚਾਂਸ ਦਿੱਤਾ ਤਾਂ ਉਸ ਵਿੱਚ ਵੀ ਤੁਹਾਡਾ ਸ਼ੇਅਰ ਜਮ੍ਹਾਂ ਹੁੰਦਾ ਹੈ। ਕਿਉਂਕਿ ਸੱਚਾ ਕੰਬਾਈਨਡ ਬਣਨਾ ਹੈ ਨਾ, ਤਾਂ ਹਿਸਾਬ ਕਿਤਾਬ ਵੀ ਸਮਝ ਲਵੋ। ਇਵੇਂ ਅਲਵੀਲੇ ਨਹੀਂ, ਚਲੋ ਠੀਕ ਹੈ, ਹੋ ਗਿਆ। ਬਹੁਤ ਸੂਖਸ਼ਮ ਵਿੱਚ ਹਿਸਾਬ ਕਿਤਾਬ ਦਾ ਚੋਪੜਾ ਹੈ। ਬਾਪ ਨੂੰ ਕੁਝ ਕਰਨਾ ਨਹੀਂ ਪੈਂਦਾ ਹੈ, ਆਟੋਮੈਟਿਕਲ ਹੈ। ਕਦੀ ਕਦੀ ਬਾਪ ਦਾਦਾ ਬੱਚਿਆਂ ਦਾ ਚੋਪੜਾ ਵੇਖਦੇ ਵੀ ਹੈ। ਤਾਂ ਪਹਿਲੀ ਗੱਲ ਪਰਮਤ ਅਤੇ ਦੂਸਰੀ ਗੱਲ ਪਰਚਿੰਤਨ, ਤੀਸਰੀ ਗੱਲ ਹੈ ਪ੍ਰਦਰਸ਼ਨ। ਦੂਸਰੇ ਨੂੰ ਦੇਖਣ ਵਿੱਚ ਮੈਜੋਰਿਟੀ ਬਹੁਤ ਹੁਸ਼ਿਆਰ ਹੈ। ਪ੍ਰਦਰਸ਼ਨ ਜੋ ਦੇਖਣਗੇ ਤਾਂ ਦੇਖਣ ਦੇ ਬਾਅਦ ਉਹ ਕਿੱਥੇ ਜਾਣਗੇ? ਬੁੱਧੀ ਵਿੱਚ ਹੀ ਤੇ ਜਾਵੇਗੀ। ਅਤੇ ਜੋ ਦੂਸਰੇ ਨੂੰ ਦੇਖਣ ਵਿੱਚ ਸਮਾਂ ਲਗਾਏਗਾ, ਉਸ ਨੂੰ ਆਪਣੇ ਨੂੰ ਦੇਖਣ ਦਾ ਸਮਾਂ ਕਿੱਥੋਂ ਮਿਲੇਗਾ? ਗੱਲਾਂ ਤੋਂ ਬਹੁਤ ਹੁੰਦੀਆਂ ਹੈ ਨਾ, ਅਤੇ ਜੋ ਗੱਲਾਂ ਹੁੰਦੀਆਂ ਹੈ ਉਹ ਦੇਖਣ ਵਿੱਚ ਆਉਂਦੀਆਂ ਹੈ, ਸੁਣਨ ਵਿੱਚ ਵੀ ਆਉਂਦੀਆਂ ਹੈ। ਜਿੰਨਾ ਵੱਡਾ ਸੰਗਠਨ ਉਨੀਆਂ ਵੱਡੀਆਂ ਗੱਲਾਂ ਹੁੰਦੀਆਂ ਹੈ। ਇਹ ਗੱਲਾਂ ਕਿਉਂ ਹੁੰਦੀਆਂ ਹੈ? ਕਈ ਸੋਚਦੇ ਹੈ ਇਹ ਗੱਲਾਂ ਹੋਣੀਆਂ ਨਹੀਂ ਚਾਹੀਦੀਆਂ, ਉਹ ਠੀਕ ਹੈ, ਪਰ ਜਿਸ ਦੇ ਲਈ ਤੁਸੀਂ ਸਮਝ ਰਹੇ ਹੋ ਨਹੀਂ ਹੋਣੀਆਂ ਚਾਹੀਦੀਆਂ ਹੈ, ਉਸ ਵਿੱਚ ਸਮਾਂ ਕਿਉਂ ਦਿੱਤਾ? ਅਤੇ ਇਹ ਗੱਲਾਂ ਹੀ ਤਾਂ ਪੇਪਰ ਹੈ। ਜਿੰਨੀ ਵੱਡੀ ਪੜ੍ਹਾਈ ਉਨਾ ਵੱਡਾ ਪੇਪਰ ਵੀ ਹੁੰਦਾ ਹੈ। ਇਹ ਵਾਯੂਮੰਡਲ ਬਣਨਾ, ਇਹ ਸਭ ਦੇ ਲਈ ਪੇਪਰ ਵੀ ਹੈ ਕਿ ਪਰਮਤ ਦਾ ਪ੍ਰਦਰਸ਼ਨ ਜਾਂ ਪ੍ਰਚਿੰਤਨ ਵਿੱਚ ਕਿੱਥੋਂ ਤੱਕ ਆਪਣੇ ਨੂੰ ਸੇਫ ਰੱਖਦੇ ਹੈ। ਦੋ ਗੱਲਾਂ ਵੱਖ ਹੈ। ਇੱਕ ਹੈ ਜ਼ਿੰਮੇਵਾਰੀ, ਜਿਸ ਦੇ ਕਾਰਨ ਸੁਣਨਾ ਵੀ ਪੈਂਦਾ ਹੈ, ਦੇਖਣਾ ਵੀ ਪੈਂਦਾ ਹੈ।
ਤਾਂ ਉਸ ਵਿੱਚ ਕਲਿਆਣ ਦੀ ਭਾਵਨਾ ਨਾਲ ਸੁਣਨਾ ਅਤੇ ਦੇਖਣਾ ਜ਼ਿੰਮੇਵਾਰੀ ਹੈ। ਕਲਿਆਣ ਦੀ ਭਾਵਨਾ ਹੈ ਉਹ ਠੀਕ ਹੈ, ਪਰ ਆਪਣੀ ਅਵਸਥਾ ਨੂੰ ਹਲਚਲ ਵਿੱਚ ਲਾ ਕੇ ਦੇਖਣਾ, ਸੁਣਨਾ ਜਾਂ ਸੋਚਣਾ ਇਹ ਰੋਂਗ ਹੈ। ਜੇਕਰ ਤੁਸੀਂ ਆਪਣੇ ਨੂੰ ਜ਼ਿੰਮੇਵਾਰ ਸਮਝਦੇ ਹੋ ਤਾਂ ਜ਼ਿੰਮੇਵਾਰੀ ਦੇ ਪਹਿਲੇ ਆਪਣੀ ਬ੍ਰੇਕ ਨੂੰ ਪਾਵਰਫੁਲ ਬਣਾਓ। ਜਿਵੇਂ ਪਹਾੜੀ ਤੇ ਚੜ੍ਹਦੇ ਹੈ ਤਾਂ ਪਹਿਲੇ ਤੋਂ ਹੀ ਸੂਚਨਾ ਦਿੰਦੇ ਹੈ ਕਿ ਆਪਣੀ ਬ੍ਰੇਕ ਨੂੰ ਠੀਕ ਚੈੱਕ ਕਰੋ। ਤਾਂ ਜ਼ਿੰਮੇਵਾਰੀ ਵੀ ਇੱਕ ਉੱਚ ਸਥਿਤੀ ਹੈ। ਜ਼ਿੰਮੇਵਾਰੀ ਭਲੇ ਉਠਾਓ, ਪਰ ਪਹਿਲੇ ਇਹ ਚੈੱਕ ਕਰੋ ਕਿ ਸੈਕਿੰਡ ਵਿੱਚ ਬਿੰਦੀ ਲੱਗਦੀ ਹੈ, ਕੀ ਲਗਾਉਂਦੇ ਹੈ ਬਿੰਦੀ ਅਤੇ ਲੱਗ ਜਾਂਦਾ ਹੈ ਕੁਐਸਚਨ ਮਾਰਕ, ਉਹ ਰੋਂਗ ਹੈ। ਉਸ ਵਿੱਚ ਸਮੇਂ ਅਤੇ એનર્ਜੀ ਵੇਸਟ ਜਾਏਗੀ। ਇਸ ਲਈ ਪਹਿਲੇ ਆਪਣਾ ਬ੍ਰੇਕ ਪਾਵਰਫੁਲ ਕਰੋ। ਚਲੋ ਦੇਖੋ, ਸੁਣਾਇਆ, ਜਿੱਥੇ ਤੱਕ ਹੋ ਸਕੇ ਕਲਿਆਣ ਕੀਤਾ ਅਤੇ ਫੁੱਲ ਸਟਾਪ। ਜੇਕਰ ਇਵੇਂ ਦੀ ਸਥਿਤੀ ਹੈ ਤਾਂ ਜ਼ਿੰਮੇਵਾਰੀ ਲਵੋ, ਨਹੀਂ ਤਾਂ ਦੇਖਦੇ ਨਹੀਂ ਦੇਖੋ, ਸੁਣਦੇ ਨਹੀਂ ਸੁਣੋ, ਸਵੈ ਚਿੰਤਨ ਵਿੱਚ ਰਹੋ। ਫਾਇਦਾ ਇਸ ਵਿੱਚ ਹੈ। ਤਾਂ ਅੱਜ ਦਾ ਪਾਠ ਕੀ ਹੋਇਆ? ਪਰਮਤ, ਪਰ ਚਿੰਤਨ ਅਤੇ ਪ੍ਰਦਰਸ਼ਨ, ਇਹਨਾਂ ਤਿੰਨਾਂ ਗੱਲਾਂ ਤੋਂ ਮੁਕਤ ਬਣੋ ਅਤੇ ਇੱਕ ਗੱਲ ਧਾਰਨ ਕਰੋ। ਉਹ ਇੱਕ ਗੱਲ ਹੈ ਪਰ ਉਪਕਾਰੀ ਬਣੋ। ਤਿੰਨਾਂ ਤਰ੍ਹਾਂ ਦੀ ਪਰ ਨੂੰ ਖਤਮ ਕਰੋ ਅਤੇ ਇੱਕ ਪਰ ਉਪਕਾਰੀ ਬਣੋ। ਬਣਨਾ ਆਏਗਾ ਤਾਂ ਕਿੰਨਾਂ ਗੱਲਾਂ ਤੋਂ ਮੁਕਤ ਬਣੋਗੇ। ਮਾਤਾਵਾਂ ਕੀ ਕਰਨਗੀਆਂ? ਬੱਚਿਆਂ ਤੇ ਉਪਕਾਰੀ ਜਾਂ ਪਰ ਉਪਕਾਰੀ? ਸਰਵ ਉਪਕਾਰੀ। ਸਹਿਜ ਹੈ ਜਾਂ ਕਠਿਨ ਹੈ? ਅੱਛਾ, ਚਾਰੋਂ ਪਾਸੇ ਦੇ ਸਰਵ ਵਿਸ਼ਵ ਦੇ ਵਿਸ਼ੇਸ਼ ਆਤਮਾਵਾਂ ਨੂੰ ਸਦਾ ਸਵੈ ਚਿੰਤਨ, ਗਿਆਨ ਚਿੰਤਨ ਕਰਨ ਵਾਲੀਆਂ ਨੂੰ, ਸ੍ਰੇਸ਼ਟ ਆਤਮਾਵਾਂ ਨੂੰ ਸਦਾ ਬਾਪ ਦੇ ਸ੍ਰੇਸ਼ਟ ਮਤ ਤੇ ਹਰ ਸੰਕਲਪ, ਬੋਲ ਅਤੇ ਕਰਮ ਕਰਨ ਵਾਲੇ ਸਮੀਪ ਆਤਮਾਵਾਂ ਨੂੰ, ਚਾਰੋਂ ਪਾਸੇ ਦੇ ਡਾਇਮੰਡ ਜੁਬਲੀ ਦੇ ਲਈ ਖੁਦ ਨੂੰ ਅਤੇ ਸੇਵਾ ਨੂੰ ਅੱਗੇ ਵਧਾਉਣ ਵਾਲੇ ਇਵੇਂ ਦੀਆਂ ਵਿਸ਼ੇਸ਼ ਆਤਮਾਵਾਂ ਨੂੰ ਬਾਪ ਦਾਦਾ ਦਾ ਯਾਦ, ਪਿਆਰ ਅਤੇ ਨਮਸਤੇ। ਵਰਦਾਨ ਹੈ ਅੱਜ ਦਾ, ਮਹਾਵੀਰ ਬਣ ਸੰਜੀਵਨੀ ਬੂਟੀ ਦੁਆਰਾ ਮੂਰਛਿਤ ਨੂੰ ਸੁਰਜੀਤ ਕਰਨ ਵਾਲੇ ਸ਼ਕਤੀਵਾਨ ਭਵ। ਮਹਾਵੀਰ ਬਣ ਸੰਜੀਵਨੀ ਬੂਟੀ ਦੁਆਰਾ ਮੂਰਛਿਤ ਨੂੰ ਸੁਰਜੀਤ ਕਰਨ ਵਾਲੇ ਸ਼ਕਤੀਵਾਨ ਭਵ। ਅੱਜ ਬਾਪ ਦਾਦਾ ਦੋਨੋਂ ਆਖਦੇ ਨੇ, ਜਿਵੇਂ ਸੂਰਜ ਖੁਦ ਸ਼ਕਤੀਸ਼ਾਲੀ ਹੈ ਤਾਂ ਸਾਰੇ ਪਾਸੇ ਆਪਣੀ ਸ਼ਕਤੀ ਦਾ ਪ੍ਰਕਾਸ਼ ਫੈਲਾਉਂਦਾ ਹੈ, ਇਵੇਂ ਸ਼ਕਤੀਵਾਨ ਬਣ ਅਨੇਕਾਂ ਨੂੰ ਸੰਜੀਵਨੀ ਬੂਟੀ ਦੇ ਕੇ ਮੂਰਛਿਤ ਨੂੰ ਸੁਰਜੀਤ ਬਣਾਉਣ ਦੀ ਸੇਵਾ ਕਰਦੇ ਰਹੋ। ਉਦੋਂ ਕਹਾਂਗੇ ਮਹਾਵੀਰ। ਸਦਾ ਸਮ੍ਰਿਤੀ ਰੱਖੋ ਕਿ ਸਾਨੂੰ ਵਿਜਈ ਰਹਿਣਾ ਹੈ ਅਤੇ ਸਭ ਨੂੰ ਵਿਜਈ ਬਣਾਉਣਾ ਹੈ। ਵਿਜਈ ਬਣਨ ਦਾ ਸਾਧਨ ਹੈ ਬਿਜ਼ੀ ਰਹਿਣਾ। ਖੁਦ ਦਾ ਕਲਿਆਣ ਅਤੇ ਵਿਸ਼ਵ ਕਲਿਆਣ ਦੇ ਕੰਮ ਵਿੱਚ ਬਿਜ਼ੀ ਰਹੋ ਤਾਂ ਵਿਘਨ ਵਿਨਾਸ਼ਕ ਵਾਯੂਮੰਡਲ ਬਣਦਾ ਜਾਏਗਾ। ਸਲੋਗਨ ਦਾ, ਦਿਲ ਸਦਾ ਇੱਕ ਦਿਲਾਰਾਮ ਵਿੱਚ ਲੱਗੀ ਰਹੇ, ਇਹੀ ਸੱਚੀ ਤਪੱਸਿਆ ਹੈ। ਦਿਲ ਸਦਾ ਇੱਕ ਦਿਲਾਰਾਮ ਵਿੱਚ ਲੱਗੀ ਰਹੇ, ਇਹੀ ਸੱਚੀ ਤਪੱਸਿਆ ਹੈ। ਚੰਗਾ, ਓਮ ਸ਼ਾਂਤੀ।